ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 18ਵਾਂ। ਮੇਰਾ ਰਿਸ਼ਤੇਦਾਰ ਦੱਸਦਾ ਸੀ ਕਿ ਉਹ ਕੁੜੀ ਵੀ ਜਿਸ ਦਾ ਪਿਓ ਗੁਰਦੁਆਰੇ ਦਾ ਪ੍ਰਧਾਨ ਸੀ, ਜਦੋਂ ਵੀ ਉਸ ਨੂੰ ਨਿਰੰਕਾਰੀ ਭਵਨ ਜਾਣ ਤੋਂ ਰੋਕਦਾ ਤਾਂ ਉਹ ਕਹਿੰਦੀ, ਮੈਂ ਨੌਕਰੀ ਬਤਾਊਂ ਦੀ ਕਰਨੀ ਹੈ ਕਿ ਅਕਬਰ ਬਾਦਸ਼ਾਹ ਦੀ। ਅਰਥਾਤ ਉਸ ਦੀ ਨਜ਼ਰ ਵਿੱਚ ਸਿੱਖ ਬਤਾਊਂ ਸਨ ਤੇ ਨਿਰੰਕਾਰੀ ਅਫਸਰ ਅਕਬਰ ਬਾਦਸ਼ਾਹ। ਉਹ ਸਾਫ਼ ਕਹਿ ਦਿੰਦੀ ਸੀ, ਮੈਂ ਸਿੱਖਾਂ ਕੋਲੋਂ ਕੀ ਲੈਣਾ ਹੈ, ਮੇਰਾ ਅਫਸਰ ਖੁਸ਼ ਹੈ ਤਾਂ ਮੈਨੂੰ ਕੋਈ ਫਿਕਰ ਫਾਕਾ ਨਹੀਂ। ਕੁਝ ਮਹੀਨਿਆਂ ਬਾਅਦ ਨਿਰੰਕਾਰੀ ਕਾਂਡ ਹੋ ਗਿਆ। ਦੋਹਾਂ ਫਿਰਕਿਆਂ ਵਿੱਚ ਸਪਸ਼ਟ ਲੀਕ ਖਿੱਚੀ ਗਈ ਤੇ ਹੁਕਮਨਾਮਾ ਜਾਰੀ ਹੋ ਗਿਆ। ਤਾਂ ਕਿਤੇ ਜਾ ਕੇ ਉਹ ਦੋਵੇਂ ਅਫਸਰ ਨਿਰੰਕਾਰੀ ਭਵਨ ਜਾਣੋਂ ਹਟੇ। ਸਰਕਾਰੀ ਕਰਮਚਾਰੀਆਂ ਵਿੱਚੋਂ ਤਾਂ ਬਹੁਤੇ ਨਿਰੰਕਾਰੀ ਬਣੇ ਸਨ, ਕਿਉਂਕਿ ਉੱਪਰਲੇ ਅਫਸਰ ਉਹਨਾਂ ਨੂੰ ਮੁਨਾਫਾਖੋਰ ਕੁਰਸੀਆਂ ਤੇ ਬਿਠਾ ਦਿੰਦੇ ਸਨ ਤੇ ਉਹ ਕੁਝ ਵੀ ਸ਼ਾਹੀ ਸਫੈਦੀ ਕਰਨ ਕੋਈ ਐਕਸ਼ਨ ਨਹੀਂ ਸਨ ਲੈਂਦੇ। ਦੱਸਦੇ ਹਨ, ਜਦੋਂ ਨਿਰੰਜਨ ਸਿੰਘ ਸਕੱਤਰ ਟਰਾਂਸਪੋਰਟ ਸੀ ਤਾਂ ਇੱਕ ਕੰਡਕਟਰ ਨੂੰ ਜੋ ਨਿਰੰਕਾਰੀ ਸੀ, ਉਹਨਾਂ ਨੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਾਲੀ ਬੱਸ ਤੇ ਲਾ ਦਿੱਤਾ। ਉੱਥੇ ਇੱਕ ਮੇਲਾ ਲੱਗਦਾ ਹੈ ਜੋ ਬਹੁਤ ਹੀ ਭਰਦਾ ਹੈ। ਉਹ ਕੰਡਕਟਰ ਤੇ ਡਰਾਈਵਰ ਰਲ ਕੇ 2 ਰਾਤਾਂ ਤੇ 2 ਦਿਨ ਬੱਸ ਮੇਲੇ ਨੂੰ ਚਲਾਉਂਦੇ ਰਹੇ। ਡੀਜ਼ਲ ਆਪਣਾ ਪਵਾ ਕੇ 2 ਦਿਨ ਦੀ ਸਾਰੀ ਵਟਕ ਉਹਨਾਂ ਨੂੰ ਆਪਣੀ ਜੇਬ ਵਿੱਚ ਪਾ ਲਈ। ਡੀਜ਼ਲ ਆਪਣਾ ਪਵਾ ਕੇ 2 ਦਿਨ ਦੀ ਸਾਰੀ ਵਟਕ ਉਹਨਾਂ ਨੂੰ ਆਪਣੀ ਜੇਬ ਵਿੱਚ ਪਾ ਲਈ, ਜਾਂ ਉਹਨਾਂ ਨੇ ਆਪਣੀ ਜੇਬ ਵਿੱਚ ਪਾ ਲਈ। ਉਸ ਬੱਸ ਸਰਵਿਸ ਤੋਂ ਪ੍ਰਭਾਵਿਤ ਹੋ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਡੀਸੀ ਦਾ ਧੰਨਵਾਦ ਕੀਤਾ ਕਿ ਇਸ ਵਾਰ ਭਾਵੇਂ ਮੇਲੇ ਨੂੰ ਮੁੱਖ ਰੱਖਦਿਆਂ ਤੁਸਾਂ ਇੱਕ ਬੱਸ ਹੀ ਲਾਈ ਹੈ, ਪਰ ਲੋਕਾਂ ਨੂੰ ਬਹੁਤ ਸਹੂਲਤ ਹੋਈ ਹੈ। ਖਾਸ ਕਰਕੇ ਜਿਹੜੀ ਮੇਲੇ ਤੇ ਰਾਤ ਦੀ ਬੱਸ ਸਰਵਿਸ ਸੀ, ਉਸਨੇ ਤਾਂ ਲੋਕਾਂ ਨੂੰ ਬਹੁਤ ਹੀ ਆਰਾਮ ਪਹੁੰਚਾਇਆ ਹੈ। ਇਸ ਵਾਰ ਦੀ ਤਰ੍ਹਾਂ ਅੱਗੇ ਤੋਂ ਵੀ ਮੇਲੇ ਤੇ ਰਾਤ ਦੀ ਬੱਸ ਸੇਵਾ ਚਾਲੂ ਕੀਤੀ ਜਾਇਆ ਕਰੇ। ਡੀਸੀ ਹੈਰਾਨ, ਬਈ ਕਿਹੜੀ ਬੱਸ ਸੇਵਾ ਚਾਲੂ ਰਹੀ ਹੈ ਜਿਸ ਦਾ ਸਾਨੂੰ ਪਤਾ ਹੀ ਨਹੀਂ। ਜਦੋਂ ਉਹਨੇ ਪੁੱਛਗਿੱਛ ਕਰਵਾਈ ਤਾਂ ਡਰਾਈਵਰ ਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ। ਪਰ ਦੱਸਦੇ ਹਨ ਕਿ ਉਸੇ ਦਿਨ ਹੀ ਸ਼ਾਮ ਨੂੰ ਜਨਰਲ ਮੈਨੇਜਰ ਅੰਮ੍ਰਿਤਸਰ ਨੂੰ ਫੋਨ ਆ ਗਿਆ ਕਿ ਉਹਨਾਂ ਦੋਵਾਂ ਨੂੰ ਬਹਾਲ ਕਰਕੇ ਮੈਨੂੰ ਖਬਰ ਕਰੋ। ਜਨਰਲ ਮੈਨੇਜਰ ਆਪ ਉਹਨਾਂ ਦੋਵਾਂ ਦੇ ਪਿੰਡ ਇਹ ਦੱਸਣ ਗਿਆ ਕਿ ਤੁਹਾਨੂੰ ਮੁਅੱਤਲ ਨਹੀਂ ਕੀਤਾ ਗਿਆ। ਇਹ ਬਰਕਤਾਂ ਸਨ ਨਿਰੰਕਾਰੀ ਬਣਦੀਆਂ ਤੇ ਸ਼ਾਇਦ ਹੁਣ ਵੀ ਹਨ। ਨਿਰੰਕਾਰੀ ਰਾਧਾ ਸੁਆਮੀ, ਸਤਨਾਮ ਅਨਾਮੀ ਤੇ ਜੇਠੂ ਵਾਲੀਏ ਤੇ ਇਸ ਤਰ੍ਹਾਂ ਦੇ ਹੀ ਕੁਝ ਹੋਰ ਨਵੇਂ ਧਰਮ ਜੋ ਸਿੱਖ ਦੇਖ ਵਾਲੇ ਹਨ, ਭਾਰਤੀ ਏਜੰਸੀਆਂ ਨੇ ਸਿੱਖੀ ਨੂੰ ਘੱਟ ਕਰਨ ਲਈ ਸਰਕਾਰ ਦੀ ਹਦਾਇਤ ਤੇ ਚਲਾਏ ਹਨ। ਗੁਰਮੀਤ ਰਾਮ ਰਹੀਮ ਸਿੰਘ ਤੇ ਹੋਰ ਬਥੇਰੇ ਐਸੇ ਲੋਕ ਹਨ ਜੋ ਸਿੱਖੀ ਨੂੰ ਢਾਹ ਲਾ ਰਹੇ ਹਨ, ਪਰ ਸਿੱਖ ਘੂਕ ਸੁੱਤੇ ਪਏ ਹਨ। ਇੱਕ ਸ਼ਾਇਰ ਦੇ ਕਥਨ ਅਨੁਸਾਰ, ਜੋ ਬਾਤ ਮੁਨਾਸਿਬ ਹੈ वो हासिल नहीं करते, जो अपनी ग्रेह में है उसे खो भी रहे हैं। बेइल्म भी हम लोग हैं, गफलत भी हैं तारी, अफसोस के अंधे भी हैं और सो भी रहे हैं। सिरलेख साइंस नाल आडे। ਜੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਲਹਿਰਾ ਕੇ 5 ਸਿਰ ਮੰਗ ਕੇ 5 ਬੰਦਿਆਂ ਨੂੰ ਤਿਆਰ ਬਰ ਤਿਆਰ ਸਿਪਾਹੀ ਬਣਾ ਕੇ ਤੇ ਫਿਰ ਹੋਰ ਸਿੱਖਾਂ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਦੇ ਕੇ ਫੌਜ ਤਿਆਰ ਕਰ ਸਕਦੇ ਸਨ, ਜਿਹੜਾ ਕਿ ਮੁਗਲ ਰਾਜ ਤੇ 22 ਧਾਰ ਦੇ ਈਰਖਾਲੂ ਰਾਜਿਆਂ ਦੇ ਹੁੰਦਿਆਂ ਬਹੁਤ ਹੀ ਮੁਸ਼ਕਲ ਕੰਮ ਸੀ, ਤਾਂ ਕੀ ਉਹ 100-200 ਗ੍ਰੰਥੀ ਨਹੀਂ ਸਨ ਲੱਭ ਸਕਦੇ ਜਿਹੜੇ ਹਰ ਵੇਲੇ ਅਖੰਡ ਪਾਠ ਕਰਦੇ ਰਹਿੰਦੇ। ਗੁਰੂ ਸਾਹਿਬ ਨੂੰ 13 ਲੜਾਈਆਂ ਹਿੰਦੂਆਂ ਨਾਲ
ਤੇ 14ਵੀਂ ਔਰੰਗਜ਼ੇਬ ਦੀਆਂ ਫੌਜਾਂ ਨਾਲ ਲੜਨ ਦੀ ਕੀ ਲੋੜ ਸੀ। ਪੁੱਤਰ, ਮਾਤਾ ਤੇ ਸਿੰਘ ਸ਼ਹੀਦ ਨਾ ਹੁੰਦੇ, ਭਾਰੀ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ। ਉਧਰੋਂ ਦੁਸ਼ਮਣ ਫੌਜਾਂ ਚੜ੍ਹਾਈ ਕਰਦੀਆਂ, ਇੱਧਰ ਢੋਲਕੀਆਂ, ਛੈਣਿਆਂ ਤੇ ਵਾਜਿਆਂ ਨਾਲ ਬਾਣੀ ਪੜਨ ਲੱਗ ਪੈਂਦੇ। ਦੁਸ਼ਮਣ ਨੂੰ ਭਾਜੜ ਪੈ ਜਾਂਦੀ। ਦੁਸ਼ਮਣ ਫੌਜ ਆਪ ਮੁਹਾਰੇ ਪਿਛਾਂ ਭੱਜ ਜਾਂਦੀ। ਜੇ ਕਿਸੇ ਸਿੱਖ ਦਾ ਥੋੜਾ ਜਿਹਾ ਵੀ ਦਿਮਾਗ ਕੰਮ ਕਰਦਾ ਹੋਵੇ ਤੇ ਉਹ ਸੋਚ ਕੇ ਵੇਖੇ ਕਿ ਦੋਹਾਂ ਵਿੱਚੋਂ ਸੌਖਾ ਤਰੀਕਾ ਕਿਹੜਾ ਸੀ। ਜਿੱਥੇ ਬਾਹੂਬਲ ਦੀ ਲੋੜ ਹੋਵੇ ਉਥੇ ਕਿਰਪਾਨ ਦੀ ਸ਼ਕਤੀ ਨੇ ਹੀ ਕੰਮ ਕਰਨਾ ਹੈ। ਹੱਥਾਂ ਬਾਜ ਕਰਾਰਿਆਂ ਵੈਰੀ ਮਿੱਤ ਨਾ ਹੋਏ। ਹਾਂ, ਗੁਰਬਾਣੀ ਆਪਣੀ ਥਾਂ ਹੈ। ਬਾਣੀ ਪੜ੍ਹਨ ਨਾਲ ਮਨ ਬਲਵਾਨ ਹੁੰਦਾ ਹੈ ਤੇ ਜ਼ੁਲਮ ਨਾਲ ਟੱਕਰ ਲੈਣ ਦੀ ਸ਼ਕਤੀ ਤੇ ਪ੍ਰੇਰਨਾ ਮਿਲਦੀ ਹੈ। ਨਾਲੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੋ ਹੋਰ ਕਿਸੇ ਤਰੀਕੇ ਜਾਂ ਕਿਸੇ ਵੀ ਚੀਜ਼ ਨਾਲ ਨਹੀਂ ਮਿਲਦੀ। ਅੱਜ ਕੱਲ ਇੱਕ ਗੱਲ ਹੋਰ ਬੜੀ ਪ੍ਰਚਲਿਤ ਹੈ, ਸਰਬ ਰੋਗ ਕਾ ਔਖਦ ਨਾਮ। ਸਾਰੀਆਂ ਬਿਮਾਰੀਆਂ ਦਾ ਨਾਮ ਅਰਥਾਤ ਬਾਣੀ ਦੇ ਜਾਪ ਨਾਲ ਇਲਾਜ। ਇਸ ਬਾਰੇ ਬਹੁਤ ਕੁਝ ਲਿਖਣ ਦੀ ਲੋੜ ਨਹੀਂ। ਗੁਰੂ ਰਾਮਦਾਸ ਜੀ ਆਪ ਖੁਦ ਦਵਾਈਆਂ ਤਿਆਰ ਕਰਕੇ ਬਿਮਾਰ ਤੇ ਦੁਖੀਆਂ ਨੂੰ ਦਿੰਦੇ ਸਨ। ਜੜੀ ਬੂਟੀਆਂ ਆਪ ਪਛਾਣ ਕੇ ਲਿਆਉਂਦੇ, ਸੁਕਾ ਬਣਾ ਕੇ ਕੁਟਮਾਉਂਦੇ ਤੇ ਫਿਰ ਦਵਾਈਆਂ ਬਣਾ ਕੇ ਮਰੀਜ਼ਾਂ ਨੂੰ ਦਿੰਦੇ। ਗੁਰੂ 10ਵੇਂ ਪਾਤਸ਼ਾਹ ਨੇ ਭਾਈ ਘਨੱਈਏ ਨੂੰ ਆਪਣੀ ਪਿਆਉਣ ਦੇ ਨਾਲ ਮਲਮ ਦੀ ਡੱਬੀ ਵੀ ਦਿੱਤੀ ਸੀ ਤਾਂ ਕਿ ਜ਼ਖਮਾਂ ਤੇ ਦਵਾਈ ਲਾਈ ਜਾ ਸਕੇ। ਉਪਰੋਕਤ ਕਿਸਮ ਦੇ ਨਾਂ ਰੱਖ ਕੇ ਦੁਖੀ ਲੋਕਾਂ ਨੂੰ ਚੰਗਾ ਇਲਾਜ ਕਰਾਉਣ ਵਿੱਚ ਦੇਰ ਕਰਵਾ ਦੇਣਾ ਵੀ ਇਖਲਾਕੀ ਜੁਰਮ ਕਰਨ ਵਰਗਾ ਜੁਰਮ ਹੀ ਹੈ। ਜੇ ਇਸ ਤਰ੍ਹਾਂ ਹੋ ਸਕਦਾ ਹੁੰਦਾ ਤਾਂ ਸਾਰੇ ਡਾਕਟਰ ਤੇ ਸਰਜਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਬੇਕਾਰ ਸਿੱਧ ਹੁੰਦੀਆਂ। ਸਰਬ ਰੋਗ ਕਾ ਔਖਦ ਨਾਮ ਤਾਂ ਦੁਨੀਆ ਦੇ ਕੋਨੇ-ਕੋਨੇ ਤੱਕ ਫੱਟ ਪਹੁੰਚ ਜਾਂਦਾ ਜਾਂ ਪਹੁੰਚ ਸਕਦਾ ਸੀ। ਲੋਕ ਬਾਣੀ ਪੜ੍ਹਦੇ ਤੇ ਰੋਗ ਤੋਂ ਛੁਟਕਾਰਾ ਪਾ ਲੈਂਦੇ, ਪਰ ਨਹੀਂ, ਇਹ ਮਨਮਤ ਤੇ ਬ੍ਰਾਹਮਣਵਾਦੀ ਸੋਚ ਹੈ। ਪਾਕਿਸਤਾਨ ਦੇ ਜਗੀਰਦਾਰ ਜਿਨ੍ਹਾਂ ਦੇ ਵੱਡੇ ਵਡੇਰੇ ਪੀਰ ਦਾ ਖਿਤਾਬ ਹਾਸਲ ਕਰ ਚੁੱਕੇ ਹਨ ਤੇ ਹੁਣ ਆਪ ਵੀ ਪੀਰ ਖਵਾਉਂਦੇ ਹਨ, ਅੱਜ ਕੱਲ ਜਗੀਰਦਾਰੀ ਦੇ ਨਾਲ ਸਿਆਸਤ ਵਿੱਚ ਵੀ ਹੱਥ ਪੈਰ ਮਾਰਦੇ ਹਨ। ਇਸੇ ਤਰ੍ਹਾਂ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਡੇਰੇਦਾਰ ਵੀ ਹੈ ਤੇ ਸਿਆਸੀ ਵੀ। ਉਹਨਾਂ ਨੇ ਆਪਣੇ ਮਹੱਲਨੁਮਾ ਘਰਾਂ ਵਿੱਚ ਇੱਕ ਦੋ ਕਮਲੇ ਜਿਹੇ ਰੱਖੇ ਹੁੰਦੇ ਹਨ ਜਿਨ੍ਹਾਂ ਨੇ ਮਲੰਗਾਂ ਵਰਗੇ ਕੱਪੜੇ ਪਾਏ ਹੁੰਦੇ ਹਨ। ਹੱਥ ਵਿੱਚ ਘੁੰਗਰੂਆਂ ਵਾਲਾ ਘੋਟਣੇ ਵਰਗਾ ਸੋਟਾ ਫੜਿਆ ਹੁੰਦਾ ਹੈ। ਜਦੋਂ ਬਾਹਰੋਂ ਲੋਕ ਪੀਰ ਜੀ ਨੂੰ ਮਿਲਣ ਆਉਂਦੇ ਹਨ ਤਾਂ ਉਹ ਘੁੰਗਰੂ ਛਣਕਾ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ, ਭੁੜਕਦੇ ਤੇ ਗਾਉਂਦੇ ਹਨ, ਪੀਰ ਸਾਈਂ ਆਇਆ, ਮਿੱਠੇ ਚੌਲ ਖਾਂਦਾ। ਇਸ ਤਰ੍ਹਾਂ ਮਿਲਣ ਆਏ ਲੋਕਾਂ ਤੇ ਉਹ ਬੜਾ ਧਾਰਮਿਕ ਪ੍ਰਭਾਵ ਪਾਉਂਦੇ ਹਨ। ਇਸੇ ਤਰ੍ਹਾਂ ਹੀ ਸਿੱਖ ਸਾਧਾਂ ਨੇ ਵੀ ਆਪਣੇ ਡੇਰਿਆਂ ਤੇ ਕਮਲੇ ਜਿਹੇ ਸਿੱਖ ਰੱਖੇ ਹੁੰਦੇ ਹਨ ਜਿਹੜੇ ਬਾਹਰ ਬੈਠੇ ਝੂਠੀਆਂ ਜਿਹੀਆਂ ਕਹਾਣੀਆਂ ਸੁਣਾ ਕੇ ਸਾਧਾਂ ਦੇ ਪਹੁੰਚੇ ਹੋਏ ਹੋਣ ਦਾ ਯਕੀਨ ਵਿਚਾਰੇ ਦੁਖੀ ਲੋਕਾਂ ਨੂੰ ਕਰਵਾਉਂਦੇ ਰਹਿੰਦੇ ਹਨ। ਇੱਕ ਗੁਰਦੁਆਰੇ ਦੇ ਬਾਹਰ ਬੈਠੇ ਇਸੇ ਤਰ੍ਹਾਂ ਦੇ ਹੀ ਇੱਕ ਟੁੱਕੜ ਬੋਝ ਨੇ ਗੱਲ ਸੁਣਾਈ, ਤੁਸੀਂ ਕਿਤੇ ਬੁੱਧਵਾਰ ਨੂੰ ਆਇਓ, ਜੇ ਤੁਹਾਡੀ ਕਿਸਮਤ ਚੰਗੀ ਹੋਈ ਤੇ ਜੇ ਕਿਤੇ ਤੁਹਾਨੂੰ ਸੰਤਾਂ ਦੇ ਦਰਸ਼ਨ ਹੋ ਗਏ ਤਾਂ ਮੈਂ ਕਹਿੰਦਾ ਤਰ ਜਾਓਗੇ। ਵੇਖਿਓ ਤੇ ਸਹੀ ਕਿਦਾਂ ਇੱਥੇ 6 ਕੁੜੀਆਂ ਤੋਂ ਬਾਅਦ 2 ਮੁੰਡਿਆਂ ਦੀਆਂ ਉਂਗਲੀਆਂ ਫੜੀ ਲੋਕ ਆਉਂਦੇ ਐ। ਬਸ ਜੀ, ਜਿਹੜਾ ਇੱਥੇ ਆ ਗਿਆ ਉਹਦੇ ਮੁੰਡਾ ਹੋਣਾ ਹੀ ਹੋਣਾ ਹੈ। ਇਹ ਸਾਰੀਆਂ ਗੱਲਾਂ ਬਕਵਾਸ ਹਨ। ਲੜਕਾ ਪੈਦਾ ਹੋਣ ਦੇ ਦੋਸ਼ ਤੇ ਗੁਣ ਕੁਦਰਤ ਅਨੁਸਾਰ ਹਨ। ਔਰਤ ਵਿਚਾਰੀ ਦਾ ਨਾ ਕੁੜੀ ਜੰਮਣ ਲਈ ਜ਼ਿੰਮੇਵਾਰ ਹੈ ਨਾ ਮੁੰਡਾ, ਸਿਰਫ ਝੁੱਡੂ ਆਦਮੀ ਹੀ ਇਸ ਲਈ ਜ਼ਿੰਮੇਵਾਰ ਹੈ। ਪਰ ਜ਼ਿਆਦਾ ਕੁੜੀਆਂ ਹੋਣ ਤੇ ਔਰਤ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਹੋਰ ਵਿਆਹ ਕਰਵਾ ਲਿਆ ਜਾਂਦਾ ਹੈ, ਜਦੋਂ ਕਿ ਕਸੂਰ ਸਾਰਾ ਆਦਮੀ ਦਾ ਹੀ ਹੁੰਦਾ ਹੈ ਪਰ ਸਜ਼ਾ ਜਨਾਨੀ ਨੂੰ ਮਿਲਦੀ ਹੈ। ਇਹ ਫਾਰਮੂਲਾ ਮੈਡੀਕਲ ਸਾਇੰਸ ਦਾ ਹੈ ਜਿਸ ਨੂੰ ਡਾਕਟਰਾਂ ਨੇ ਖੋਜ ਕਰਕੇ ਲੱਭਿਆ ਹੈ। ਅਨਪੜ੍ਹ ਤੇ ਮੂਰਖ ਸਾਧਾਂ ਸੰਤਾਂ ਨੂੰ ਤੇ ਅਜੇ ਵੀ ਇਸ ਗੱਲ ਦਾ ਪਤਾ ਨਹੀਂ। ਫਿਰ ਮੁੰਡਾ ਜੰਮਣ ਦੀ ਗਰੰਟੀ ਉਹ ਕਿਵੇਂ ਕਰ ਸਕਦੇ ਹਨ? ਇਦਾਂ ਦੇ ਸਾਧ ਠੱਗ ਹੋਏ ਕਿ ਨਾ?
ਅਨਪੜ੍ਹ ਸਿੱਖ ਜਨਾਨੀਆਂ ਵੀ ਸਾਧਾਂ ਦੇ ਆਸ਼ੀਰਵਾਦ ਨਾਲ ਮੁੰਡੇ ਭਾਲਦੀਆਂ ਫਿਰਦੀਆਂ ਹਨ। ਇਹ ਸਭ ਜਲਾਲਤ ਹੈ, ਹੋਰ ਕੁਝ ਨਹੀਂ। ਭਗਤ ਫਰੀਦ ਜੀ ਨੇ ਠੋਕ ਕੇ ਸੱਚ ਨੂੰ ਸੱਚ ਕਿਹਾ। ਉਹ ਸੂਫੀ ਸਨ, ਬਹੁਤਾ ਲੱਗ ਲਬੇੜ ਨਹੀਂ ਸੀ ਜਾਣਦੇ। ਉਹਨਾਂ ਨੇ ਜਿੰਨੀ ਬਾਣੀ ਰਚੀ ਠੇਠ ਪੰਜਾਬੀ ਤੇ ਆਪ ਮੁਹਾਰੇ ਮੂੰਹ ਵਿੱਚੋਂ ਫੁੱਟਣ ਵਾਲੇ ਸ਼ਬਦਾਂ ਵਿੱਚ ਲਿਖੀ। ਇੱਕ ਵੇਲਾ ਸੀ ਜਦੋਂ ਬਾਬਾ ਫਰੀਦ ਜੀ ਆਪ ਦੁਬਿਧਾ ਵਿੱਚ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਜੰਗਲ ਵਿੱਚ ਜਾ ਕੇ ਤਪ ਕਰਨ ਜਾਂ ਗ੍ਰਸਤੀ ਰਹਿ ਕੇ ਗ੍ਰਸਤੀਆਂ ਵਾਂਗ ਜੀਵਨ ਬਤੀਤ ਕਰਨ। ਕਹਿੰਦੇ ਹਨ ਬਾਬਾ ਫਰੀਦ ਜੀ ਸੋਚਾਂ ਵਿੱਚ ਡੁੱਬੇ ਹੀ ਆਪਣੇ ਪਿੰਡ ਦੀ ਗਲੀ ਵਿੱਚ ਅੱਧ ਵਿਚਕਾਰ ਤੁਰੇ ਜਾਂਦੇ ਸਨ। ਜਦੋਂ ਬੰਦਾ ਸੋਚਾਂ ਵਿੱਚ ਡੁੱਬਾ ਹੋਵੇ ਤਾਂ ਮਨੋਵਿਗਿਆਨੀ ਕਹਿੰਦਾ ਹੈ ਕਿ ਇਨਸਾਨ ਸੜਕ ਦੇ ਅੱਧ ਵਿੱਚ ਹੀ ਤੁਰਦਾ ਹੈ, ਕਿਉਂਕਿ ਉਹ ਉਸ ਵੇਲੇ ਡੂੰਘੀਆਂ ਵਿਚਾਰਾਂ ਵਿੱਚ ਹੁੰਦਾ ਹੈ ਤੇ ਡੂੰਘੀ ਵਿਚਾਰ ਵਿੱਚ ਖੱਬੇ ਹੱਥ ਤੁਰਨਾ ਜਾਂ ਸੱਜੇ ਹੱਥ ਤੁਰਨਾ ਇੱਕ ਤਰ੍ਹਾਂ ਭੁੱਲ ਜਾਂਦਾ ਹੈ। ਆਧੁਨਿਕ ਯੁੱਗ ਵਿੱਚ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਸੋਚਾਂ ਵਿੱਚ ਡੁੱਬੇ ਮਨੁੱਖ ਹੀ ਐਕਸੀਡੈਂਟ ਦਾ ਕਾਰਨ ਬਣਦੇ ਹਨ। ਪਿੱਛੇ ਮਾਈ ਨੇ ਗੋਹੇ ਦਾ ਭਾਰਾ ਟੋਕਰਾ ਚੁੱਕਿਆ ਹੋਇਆ ਸੀ। ਉਹ ਛੇਤੀ ਛੇਤੀ ਅੱਗੇ ਲੰਘਣਾ ਚਾਹੁੰਦੀ ਸੀ, ਪਰ ਬਾਬਾ ਫਰੀਦ ਜੀ ਰਸਤਾ ਖਾਲੀ ਨਹੀਂ ਸਨ ਛੱਡ ਰਹੇ। ਅਖੀਰ ਅੱਕ ਕੇ ਮਾਈ ਨੇ ਕਿਹਾ, ਭਾਈ ਇੱਧਰ ਲੱਗ ਜਾਂ ਉੱਧਰ ਲੱਗ, ਰਾਹ ਤੇ ਛੱਡ। ਬਸ ਬਾਬਾ ਫਰੀਦ ਜੀ ਨੂੰ ਗਿਆਨ ਹੋ ਗਿਆ। ਉਹ ਇੱਕ ਪਾਸੇ ਲੱਗ ਗਏ ਤੇ ਉਹਨਾਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਨ ਦਾ ਫੈਸਲਾ ਕਰ ਲਿਆ। ਹੁਣ ਵੇਲਾ ਆ ਗਿਆ ਹੈ ਕਿ ਸਿੱਖ ਜਾਂ ਤਾਂ ਬਾਣੀ ਦੇ ਲੜ ਲੱਗਣ ਤੇ ਜਾਂ ਅਨਪੜ੍ਹ ਤੇ ਲੋਟੂ ਸਾਧਾਂ ਦੇ। ਤਤ ਅਨੁਸਾਰ ਅੱਜ ਕੱਲ ਤੇ ਲੋਟੂ ਸਾਧਾਂ ਮਗਰ ਲੱਗੇ। ਚਲੋ, ਬਾਬਾ ਫਰੀਦ ਜੀ ਦੇ ਬਹੁਤ ਸਾਰੇ ਸ਼ਲੋਕ ਲੋਕਾਂ ਨੂੰ ਬਗੈਰ ਯਾਦ ਕੀਤਿਆਂ ਵੀ ਆਪਣੇ ਆਪ ਯਾਦ ਹੋ ਜਾਂਦੇ ਹਨ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਮਤਲਬ ਬਹੁਤ ਸਪਸ਼ਟ ਹੈ। ਕਈ ਲੋਕ ਸਾਧ ਤੇ ਸੰਤ ਅਖਵਾਉਣ ਵਾਲੇ ਲੋਕਾਂ ਨੂੰ ਆਮ ਇਨਸਾਨ ਤੋਂ ਉੱਤੇ ਸਮਝ ਲੈਂਦੇ ਹਨ ਤੇ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਂਦੇ ਹਨ ਕਿ ਆਮ ਆਦਮੀ ਤਾਂ ਕੋਈ ਗਲਤੀ ਕਰ ਸਕਦਾ ਹੈ, ਪਰ ਸੰਤ ਮਹਾਂਪੁਰਖ ਇਹ ਕੰਮ ਕਿਵੇਂ ਕਰ ਸਕਦੇ ਹਨ। ਜੇ ਕੋਈ ਪੁੱਛੇ ਉਹ ਕਿਉਂ ਨਹੀਂ ਕਰ ਸਕਦੇ, ਤਾਂ ਉਹ ਅੱਗੋਂ ਉੱਤਰ ਦਿੰਦੇ ਹਨ, ਉਹ ਬਹੁਤ ਤੇਜ਼ ਤਪ ਵਾਲੇ ਤਪਸਵੀ ਹਨ, ਬਾਣੀ ਬਹੁਤ ਪੜ੍ਹਦੇ ਹਨ, ਕਾਮ ਤੇ ਹਰ ਤਰ੍ਹਾਂ ਦੇ ਵਿਕਾਰਾਂ ਤੇ ਉਹਨਾਂ ਨੇ ਕਾਬੂ ਪਾ ਲਿਆ ਹੈ। ਪਰ ਮੈਡੀਕਲ ਸਾਇੰਸ ਇਹ ਗੱਲ ਕਿਸੇ ਕੀਮਤ ਤੇ ਵੀ ਮੰਨਣ ਨੂੰ ਤਿਆਰ ਨਹੀਂ। ਮੈਡੀਕਲ ਸਾਇੰਸ ਅਨੁਸਾਰ ਕਾਮ ਮਨੁੱਖ ਦੀ ਸਰੀਰਕ ਜ਼ਰੂਰਤ ਹੈ, ਭਾਵ ਬਾਇਓਲੋਜੀਕਲ ਨੈਸੈਸਿਟੀ ਹੈ। ਇਹ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਇੱਕ ਟਿਊਬਵੈੱਲ ਚੱਲ ਰਿਹਾ ਹੋਵੇ ਤੇ ਉਸ ਦਾ ਪਾਣੀ ਇੱਕ ਚੁਬੱਚੇ ਵਿੱਚ ਡਿੱਗ ਰਿਹਾ ਹੋਵੇ। ਮੰਨ ਲਓ ਚੁਬੱਚਾ ਥੱਲਿਓਂ ਬੰਦ ਹੈ ਤੇ ਟਿਊਬਵੈੱਲ ਦਾ ਪਾਣੀ ਨਿਰੰਤਰ ਉਸ ਵਿੱਚ ਡਿੱਗ ਰਿਹਾ ਹੋਵੇ, ਤਾਂ ਦੋ ਹੀ ਗੱਲਾਂ ਹੋ ਸਕਦੀਆਂ ਹਨ। ਜਾਂ ਤਾਂ ਉਸ ਚੁਬੱਚੇ ਦਾ ਕੋਈ ਨਿਕਾਸ ਹੋਵੇ ਜਾਂ ਉਹ ਚੁਬੱਚਾ ਭਰ ਕੇ ਉਛਲ ਜਾਵੇਗਾ, ਜਿਹੜਾ ਕਿ ਅਣਵਿਆਹੇ ਲੋਕਾਂ ਨਾਲ ਹਰ ਰੋਜ਼ ਹੁੰਦਾ ਹੈ। ਸੁਪਨ ਦੋਸ਼ ਵਗੈਰਾ ਇਹ ਹੀ ਗੱਲ ਹੈ। ਇੱਕ ਤਰੀਕਾ ਅਖੀਰਲਾ ਹੋਰ ਹੈ ਕਿ ਉਧਰੋਂ ਚੁਬੱਚਾ ਭਰ ਜਾਵੇ ਤੇ ਉਧਰੋਂ ਟਿਊਬਵੈੱਲ ਦੀ ਮੋਟਰ ਬੰਦ ਹੋ ਜਾਵੇ। ਫਿਰ ਪਾਣੀ ਦਾ ਭਰਿਆ ਚੁਬੱਚਾ ਪਾਣੀ ਨਾਲ ਭਰਿਆ ਤਾਂ ਰਹੇਗਾ, ਪਰ ਉਛਲੇਗਾ ਨਹੀਂ। ਇਹ ਵੀ ਹੋ ਸਕਦਾ ਹੈ ਕਿ ਟਿਊਬਵੈੱਲ ਦੀ ਮੋਟਰ ਕਦੇ ਚੱਲੀ ਹੀ ਨਾ ਹੋਵੇ। ਇਸ ਹਾਲਤ ਵਿੱਚ ਵੀ ਚੁਬੱਚਾ ਕਾਹਦੇ ਨਾਲ ਉਛਲਣਾ ਹੈ। ਪਰ ਇਸ ਕਿਸਮ ਦੇ ਲੋਕ ਨਾਮਰਦ ਅਖਵਾਉਂਦੇ ਹਨ। ਜਿਹੜੇ ਸਾਧ ਮਰਦ ਵੀ ਹਨ ਅਤੇ ਕਹਿੰਦੇ ਹਨ ਕਿ ਮੈਂ ਕਾਮ ਤੇ ਕਾਬੂ ਪਾਇਆ ਹੋਇਆ ਹੈ, ਉਹ ਝੂਠ ਬੋਲਦੇ ਹਨ। ਜਾਂ ਤਾਂ ਉਹ ਨਾਮਰਦ ਹਨ ਜਾਂ ਉਹ ਕਿਸੇ ਨਾ ਕਿਸੇ ਹੋਰ ਢੰਗ ਨਾਲ ਆਪਣੀ ਕਾਮ ਤ੍ਰਿਪਤੀ ਕਰਦੇ ਹਨ। ਉਹ ਤ੍ਰਿਪਤੀ ਸੱਚਮੁੱਚ ਦੀ ਹੋਵੇ ਜਾਂ ਬਨਾਵਟੀ ਹੋਵੇ, ਹੋਰ ਕੋਈ ਤੀਜੀ ਗੱਲ ਹੋ ਹੀ ਨਹੀਂ ਸਕਦੀ। ਇਹ ਮੈਡੀਕਲ ਸਾਇੰਸ ਦਾ ਮੁੱਢਲਾ ਅਸੂਲ ਹੈ, ਜੋ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਕੋਈ ਵੀ ਝੁਠਲਾ ਨਹੀਂ ਸਕਦਾ।
ਵੈਸੇ ਵੀ ਮੈਡੀਕਲ ਸਾਇੰਸ ਦੇ ਅਨੁਸਾਰ ਇਸ ਤੇ ਕਾਬੂ ਪਾਉਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੁੰਦਾ। ਕੋਈ ਵੀ ਬੰਦਾ ਚਾਹ ਕੇ ਵੀ ਇਸ ਵਿੱਚ ਕੁਝ ਨਹੀਂ ਕਰ ਸਕਦਾ। ਜਦੋਂ ਬੰਦਾ ਸਾਹ ਲੈਂਦਾ ਹੈ ਤਾਂ ਉਹ ਉਸ ਦਾ ਕਰਤਾ ਨਹੀਂ ਹੁੰਦਾ, ਸਾਹ ਤਾਂ ਆਪਣੇ ਆਪ ਚੱਲ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਹੀ ਦਿਲ ਦੀ ਧੜਕਣ ਦਾ ਵੀ ਕੋਈ ਕਰਤਾ ਨਹੀਂ ਹੁੰਦਾ, ਕਿਉਂਕਿ ਸਰੀਰ ਵਿੱਚ ਖੂਨ ਆਪਣੇ ਆਪ ਚੱਲ ਰਿਹਾ ਹੁੰਦਾ ਹੈ। ਇਸੇ ਹੀ ਤਰ੍ਹਾਂ ਕਾਮ ਦਾ ਵੀ ਕੋਈ ਕਰਤਾ ਨਹੀਂ ਹੁੰਦਾ, ਕਿਉਂਕਿ ਉਹ ਵੀ ਆਪਣੇ ਆਪ ਹੀ ਚੱਲਦਾ ਹੈ। ਪਤਾਲੂ ਨੂੰ ਨਿਰੰਤਰ ਬਣਾਈ ਤੁਰੇ ਜਾਂਦੇ ਹਨ। ਇਹ ਇੱਕ ਫੈਕਟਰੀ ਵਾਂਗ ਜਾਂ ਚੱਲ ਰਹੇ ਟਿਊਬਵੈਲ ਵਾਂਗ ਹਨ, ਪਰ ਜਾਂਦੇ ਹਨ ਜਾਂ ਭਰ ਜਾਂਦੇ ਹਨ। ਇਹ ਇੱਕ ਫੈਕਟਰੀ ਵਾਂਗ ਜਾਂ ਚੱਲ ਰਹੇ ਟਿਊਬਵੈਲ ਵਾਂਗ ਹਨ, ਭਰ ਜਾਂਦੇ ਹਨ ਤਾਂ ਫਟ ਉਛਲ ਜਾਂਦੇ ਹਨ, ਜਿਸ ਨੂੰ ਸੁਪਨਦੋਸ਼ ਕਿਹਾ ਜਾਂਦਾ ਹੈ। ਕਈ ਲੜਕੀਆਂ ਦਾ ਜਲਦੀ ਵਿਆਹ ਨਹੀਂ ਹੁੰਦਾ ਤਾਂ ਉਹਨਾਂ ਨੂੰ ਹਿਸਟੀਰੀਆ ਦੇ ਦੌਰੇ ਪੈਣ ਲੱਗ ਪੈਂਦੇ ਹਨ। ਇਹ ਸਾਰਾ ਕੁਝ ਕੁਦਰਤ ਵੱਲੋਂ ਬਣਾਇਆ ਹੋਇਆ ਆਟੋਮੈਟਿਕ ਪਲਾਂਟ ਵਾਂਗ ਹੈ। ਇਹ ਇੱਕ ਸਰੀਰਕ ਜ਼ਰੂਰਤ ਤੇ ਕੁਦਰਤੀ ਪ੍ਰਕਿਰਿਆ ਹੈ। ਕੋਈ ਵੀ ਮਨੁੱਖ, ਭਾਵੇਂ ਉਹ ਸਾਧੂ ਹੋਵੇ, ਸੰਤ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਕਾਮ ਦਾ ਕਰਤਾ ਨਹੀਂ। ਜੇ ਕੋਈ ਕਿਸੇ ਚੀਜ਼ ਦਾ ਕਰਤਾ ਨਹੀਂ ਤਾਂ ਫਿਰ ਉਹ ਉਸ ਤੇ ਕਾਬੂ ਕਿਵੇਂ ਪਾ ਸਕਦਾ ਹੈ? ਕੁਦਰਤ ਦੇ ਪੱਕੇ ਨਿਯਮ ਅਨੁਸਾਰ ਜਿੰਨੀ ਬਿੰਦ ਅਥਵਾ ਵੀਰਜ ਨੇ ਸਰੀਰ ਵਿੱਚੋਂ ਖਾਰਜ ਹੋ ਜਾਣਾ ਹੁੰਦਾ ਹੈ, ਉਸ ਨੂੰ ਕਿਸੇ ਵੀ ਯਤਨ ਨਾਲ ਸਰੀਰ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਦਾ ਇਹ ਭਾਵ ਵੀ ਹੈ ਕਿ ਕਾਮ ਨੂੰ ਵਸ ਕਰ ਲੈਣ ਵਾਲੇ ਝੂਠੇ ਹਨ ਤੇ ਖਤਰਨਾਕ ਪਖੰਡੀ ਹਨ। ਜੇ ਬਾਲਜਤੀ ਰਿਹਾ ਸੰਸਾਰ ਸਮੁੰਦਰ ਤੋਂ ਕੋਈ ਤਰ ਸਕਦਾ ਹੁੰਦਾ ਤਾਂ ਖੁਸਰੇ ਨੂੰ ਉੱਚੀ ਆਤਮਿਕ ਅਵਸਥਾ ਕਿਉਂ ਨਾ ਪ੍ਰਾਪਤ ਹੋਈ? ਇਸਤਰੀ ਦਾ ਤਿਆਗ ਕਰਨ ਵਾਲੇ ਕਾਮ ਭੁੱਖ ਮਿਟਾਉਣ ਲਈ ਪਰਾਈਆਂ ਇਸਤਰੀਆਂ ਮਗਰ ਭੱਜੇ ਫਿਰਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਯਤਨ ਕਰੇ ਬਿੰਦ ਕਿਵੇਂ ਨਾ ਰਹਾਈ, ਬਿੰਦ ਰਾਖੈ ਜੇ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਇਸਤਰੀ ਤਾਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ। ਸਾਰੇ ਵਿਕਾਰਾਂ ਵਿੱਚੋਂ ਕਾਮ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ। ਬਾਕੀ ਵਿਕਾਰਾਂ ਤੇ ਤਾਂ ਸ਼ਾਇਦ ਥੋੜਾ ਬਹੁਤ ਕਾਬੂ ਪੈ ਵੀ ਸਕਦਾ ਹੋਵੇ। ਜਿਵੇਂ ਕ੍ਰੋਧ ਤੇ ਕਈ ਲੋਕ ਕੁਝ ਸਮੇਂ ਲਈ ਕਾਬੂ ਪਾ ਲੈਂਦੇ ਹਨ, ਲੋਭ, ਮੋਹ ਤੇ ਹੰਕਾਰ ਵੀ ਕੁਝ ਦੇਰ ਲਈ ਠੱਲਿਆ ਜਾ ਸਕਦਾ ਹੈ। ਪਰ ਕਾਮ ਦਾ ਬੰਨ ਤਾਂ ਜਦੋਂ ਟੁੱਟਦਾ ਹੈ ਤਾਂ ਭਾਖੜਾ ਡੈਮ ਦੇ ਟੁੱਟਣ ਵਾਂਗ ਹੜ ਹੀ ਲਿਆ ਦਿੰਦਾ ਹੈ। ਤੁਲਸੀਦਾਸ, ਜਿਸ ਨੇ ਰਾਮਾਇਣ ਲਿਖੀ ਹੈ, ਨੇ ਕਿਹਾ ਹੈ ਕਿ ਜਦੋਂ ਬੰਦਾ ਕਾਮਗ੍ਰਸਤ ਹੋਵੇ ਤਾਂ ਉਸ ਵਿੱਚ 20 ਘੋੜਿਆਂ ਦਾ ਬਲ ਆ ਜਾਂਦਾ ਹੈ। ਕਾਮਵਸ ਹੋਇਆ ਹੀ ਤੁਲਸੀਦਾਸ ਸੱਪ ਨੂੰ ਰੱਸੀ ਸਮਝ ਕੇ ਤੇ ਉਸ ਨੂੰ ਫੜ ਕੇ ਪਹਿਲੀ ਮੰਜ਼ਿਲ ਤੇ ਰਹਿੰਦੀ ਆਪਣੀ ਪਤਨੀ ਕੋਲ ਚਲਾ ਗਿਆ ਸੀ। ਇੱਕ ਰਿਸ਼ੀ, ਜਿਸ ਦੀ ਕਈ ਸਦੀਆਂ ਦੀ ਤਪੱਸਿਆ ਸੀ, ਮੇਨਕਾ ਨਾਂ ਦੀ ਸੁੰਦਰੀ ਨੇ ਸਕਿੰਟ ਵਿੱਚ ਨਸ਼ਟ ਕਰਕੇ ਉਹ ਮਾਰੀ। ਇੱਕ ਹੋਰ ਹਿੰਦੂ ਦੰਤ ਕਥਾ ਅਨੁਸਾਰ ਇੱਕ ਰਿਸ਼ੀ ਨੇ ਦਰਿਆ ਪਾਰ ਕਰਨਾ ਸੀ। ਉਸਨੇ ਮਲਾਹ ਨੂੰ ਬੇੜੀ ਦੂਜੇ ਪਾਸੇ ਲੈ ਚੱਲਣ ਲਈ ਆਖਿਆ। ਉਸਨੇ ਕਿਹਾ ਕਿ ਉਹ ਅਜੇ ਹੁਣੇ ਹੀ ਬੇੜੀ ਦਾ ਪੂਰ ਛੱਡ ਕੇ ਆਇਆ ਹੈ ਤੇ ਥਕਾਵਟ ਨਾਲ ਉਸ ਦਾ ਜੋੜ ਦਰਦ ਕਰ ਰਿਹਾ ਹੈ। ਪਰ ਜਦੋਂ ਰਿਸ਼ੀ ਕ੍ਰੋਧਿਤ ਹੋ ਗਿਆ ਤੇ ਸ਼ਰਾਬ ਦਾ ਡਰਾਵਾ ਦਿੱਤਾ ਤਾਂ ਉਸ ਮਲਾਹ ਨੇ ਆਪਣੀ ਬੇਟੀ ਨੂੰ ਰਿਸ਼ੀ ਨੂੰ ਦਰਿਆ ਦੇ ਦੂਜੇ ਕੰਢੇ ਛੱਡ ਆਉਣ ਲਈ ਆਖਿਆ, ਕਿਉਂਕਿ ਉਦੋਂ ਲੋਕ ਸ਼ਰਾਬ ਤੋਂ ਬਹੁਤ ਡਰਦੇ ਸਨ, ਜਾਂ ਕਹਿ ਲਓ ਕਿ ਬ੍ਰਾਹਮਣਾਂ ਨੇ ਬਹੁਤ ਹੀ ਡਰਾਏ ਹੋਏ ਸਨ। ਜਦੋਂ ਬੇੜੀ ਦਰਿਆ ਦੇ ਅੱਧ ਵਿਚਕਾਰ ਗਈ ਤਾਂ ਰਿਸ਼ੀ ਕਾਮਗ੍ਰਸਤ ਹੋ ਗਿਆ। ਜਦੋਂ ਉਸਨੇ ਉਸ ਕੁੜੀ ਨਾਲ ਛੇੜਖਾਨੀ ਸ਼ੁਰੂ ਕੀਤੀ ਤਾਂ ਉਹ ਉਸ ਦਾ ਮਤਲਬ ਨਾ ਤਾਂ ਸਮਝ ਗਈ, ਪਰ ਸ਼ਰਾਬ ਤੋਂ ਡਰਦੀ ਉਸ ਦੇ ਮੂੰਹ ਤੇ ਥੱਪੜ ਮਾਰਨ ਦੀ ਥਾਂ ਉਸਨੇ ਅਧੀਨਗੀ ਨਾਲ ਬੇਨਤੀ ਕੀਤੀ ਕਿ ਰਿਸ਼ੀ ਜੀ ਮਹਾਰਾਜ, ਮੈਂ ਨੀਚ ਕੁਲ ਦੀ ਲੜਕੀ ਹਾਂ। ਪਾਣੀ ਵਿੱਚ ਹੀ ਜ਼ਿਆਦਾ ਰਹਿਣ ਕਰਕੇ ਮੇਰੇ ਸਰੀਰ ਵਿੱਚੋਂ ਮੱਛੀ ਵਰਗੀ ਦੁਰਗੰਧ ਆਉਂਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਲਦੇ ਪਾਣੀ ਵਿੱਚ ਫਿਰ ਸੂਰਜ ਵੀ ਸਿਖਰ ਤੇ ਹੈ। ਇਹ ਸਾਰਾ ਕੁਝ ਸ਼ਾਸਤਰਾਂ ਦੇ ਵਿਰੁੱਧ ਹੈ। ਮੇਰੇ ਤੇ ਕਿਰਪਾ ਕਰੋ ਤੇ ਆਪ ਜੀ ਆਪਣੇ ਤੇ ਕਾਬੂ ਰੱਖੋ। ਨਾ ਮੈਨੂੰ ਕਲੰਕਿਤ ਕਰੋ, ਨਾ ਆਪ ਹੋਵੋ। ਪਰ ਉਹ ਰਿਸ਼ੀ ਕਾਮ ਨਾਲ ਇੰਨਾ ਅੰਨਾ ਹੋ ਚੁੱਕਾ ਸੀ
ਕਿ ਉਸਨੇ ਇੱਕ ਇੱਕ ਕਰਕੇ ਕੁੜੀ ਦੁਆਰਾ ਪਾਈਆਂ ਸਭ ਅੜਚਨਾ ਦੂਰ ਕਰ ਦਿੱਤੀਆਂ। ਸਰੀਰ ਦੀ ਦੁਰਗੰਧ ਉਸਨੇ ਆਪਣੀ ਸ਼ਕਤੀ ਨਾਲ ਫੁੱਲਾਂ ਦੀ ਤਾਜ਼ਗੀ ਤੇ ਖੁਸ਼ਬੂ ਵਿੱਚ ਬਦਲ ਦਿੱਤੀ। ਚਲਦਾ ਪਾਣੀ ਰੋਕ ਦਿੱਤਾ ਤੇ ਚਮਕਦੇ ਸੂਰਜ ਅੱਗੇ ਕਾਲੇ ਬੋਲੇ ਬੱਦਲਾਂ ਦੇ ਉਛਾੜ ਚਾੜ ਦਿੱਤੇ। ਹਨੇਰਾ ਘੁੱਪ ਹੋ ਗਿਆ ਤੇ ਇਸ ਤਰ੍ਹਾਂ ਉਸਨੇ ਕਾਮ ਕ੍ਰੀੜਾ ਕਰਨ ਲਈ ਸਮਾਂ ਢੁਕਵਾਂ ਬਣਾ ਕੇ ਉਸ ਕੁੜੀ ਨਾਲ ਮੂੰਹ ਕਾਲਾ ਕੀਤਾ ਤੇ ਉਸੇ ਦਾ ਨਤੀਜਾ ਹੀ ਵੇਦ ਵਿਆਸ ਰਿਸ਼ੀ ਦਾ ਜਨਮ ਹੋਇਆ, ਜਿਸ ਨੇ ਬਾਅਦ ਵਿੱਚ ਮਹਾਭਾਰਤ ਲਿਖਿਆ। ਇਹ ਕਹਾਣੀ ਲਿਖਣ ਦਾ ਇਹ ਮਤਲਬ ਨਹੀਂ ਕਿ ਉਸਨੇ ਸੱਚਮੁੱਚ ਹੀ ਬੱਦਲ ਸੂਰਜ ਅੱਗੇ ਕਰ ਦਿੱਤੇ ਹੋਣਗੇ ਜਾਂ ਦਰਿਆ ਦਾ ਪਾਣੀ ਖੜਾ ਕਰ ਦਿੱਤਾ ਹੋਵੇਗਾ। ਇਹ ਸਭ ਤਾਂ ਬਕਵਾਸ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਸ਼ਕਤੀਆਂ ਕਦੇ ਹੋਈਆਂ ਹੀ ਨਹੀਂ। ਪਰ ਇਹ ਗੱਲ ਜ਼ਰੂਰ ਹੋਈ ਹੋਵੇਗੀ ਕਿ ਉਸਨੇ ਉਸ ਕੁੜੀ ਨਾਲ ਖੇਹ ਜ਼ਰੂਰ ਖਾਧੀ ਹੋਵੇਗੀ, ਕਿਉਂਕਿ ਰੋਜ਼ ਅਖਬਾਰਾਂ ਵਿੱਚ ਆਉਂਦਾ ਹੈ ਕਿ ਫਲਾਣੇ ਪਿੰਡ ਦੇ ਭਾਈ ਨੇ 8 ਸਾਲ ਦੀ ਬੱਚੀ ਜਾਂ ਮੁੰਡੇ ਨਾਲ ਬਲਾਤਕਾਰ ਕੀਤਾ, ਜਾਂ ਫਲਾਣੇ ਮੰਦਿਰ ਦੇ ਪੁਜਾਰੀ ਨੂੰ ਲੋਕਾਂ ਨੇ 80 ਸਾਲ ਦੀ ਬੁੱਢੀ ਨਾਲ ਜ਼ਬਰਦਸਤੀ ਕਰਕੇ ਸਿਰੋਂ ਫੜਿਆ ਜਾਂ ਜ਼ਬਰਦਸਤੀ ਕਰਦੇ ਸਿਰੋਂ ਫੜਿਆ। ਸਾਧਾਂ, ਸੰਤਾਂ, ਮਹੰਤਾਂ ਤੇ ਪੁਜਾਰੀਆਂ ਆਦਿ ਦੀਆਂ ਕਰਤੂਤਾਂ ਹਰ ਰੋਜ਼ ਅਖਬਾਰਾਂ ਵਿੱਚ ਛਪੀਆਂ ਰਹਿੰਦੀਆਂ ਹਨ। ਗੁਰੂਆਂ ਨੇ ਕੇਵਲ ਤੇ ਕੇਵਲ ਵਿਆਹ ਕਰਵਾ ਕੇ ਗ੍ਰਸਥ ਜੀਵਨ ਵਿੱਚ ਹੀ ਇਸ ਦਾ ਹੱਲ ਨਿਯਤ ਕੀਤਾ ਹੈ। ਹੋਰ ਕੋਈ ਤਰੀਕਾ ਇਸ ਤੋਂ ਛੁਟਕਾਰਾ ਪਾਉਣ ਦਾ ਹੈ ਹੀ ਨਹੀਂ। ਜੇ ਕੋਈ ਹੋਰ ਤਰੀਕਾ ਦੱਸਦਾ ਹੈ ਤਾਂ ਉਹ ਪਖੰਡੀ ਤੇ ਡਰਾਮੇਬਾਜ਼ ਹੈ। ਕਈਆਂ ਲੋਕਾਂ ਤੇ ਖਾਸ ਕਰ ਬੀਬੀਆਂ ਦਾ ਇਹ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਜੇ ਕੋਈ ਪਹੁੰਚਿਆ ਹੋਇਆ ਸੰਤ ਆਸ਼ੀਰਵਾਦ ਦੇਵੇ ਤਾਂ ਉਹਨਾਂ ਸੰਤਾਂ ਦੇ ਆਸ਼ੀਰਵਾਦ ਨਾਲ ਬੱਚਾ ਪੈਦਾ ਹੋ ਸਕਦਾ ਹੈ। ਨਾ ਸਮਝ ਲੋਕ ਇਹ ਨਹੀਂ ਜਾਣਦੇ ਕਿ ਕੁਦਰਤ ਦੀ ਹੀ ਪਰਮਾਤਮਾ ਦੇ ਤੌਰ ਤੇ ਪੂਜਾ ਹੁੰਦੀ ਹੈ ਤੇ ਕੁਦਰਤ ਦੇ ਨਿਯਮ ਅਟੱਲ ਹੁੰਦੇ ਹਨ। ਉਹ ਕਿਸੇ ਦੇ ਕਹਿਣ ਨਾਲ ਨਹੀਂ ਬਦਲਦੇ। ਜੇ ਇਸ ਤਰ੍ਹਾਂ ਕਹਿਣ ਨਾਲ ਹੀ ਬਦਲ ਜਾਂਦੇ ਹੋਣ ਤਾਂ ਸਾਰੀ ਕੁਦਰਤ ਦਾ ਨਿਯਮ ਹੀ ਫੇਲ ਹੋ ਜਾਵੇ। ਕੁਦਰਤ ਦੇ ਕ੍ਰਿਸ਼ਮੇ ਵੇਖ ਵੇਖ ਕੇ ਹੀ ਕੁਦਰਤ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਜਿਸ ਤਰ੍ਹਾਂ ਪਾਣੀ ਬਣਨ ਦਾ ਫਾਰਮੂਲਾ H+2O ਹੈ ਤੇ ਇਸ ਦੇ ਥੋੜਾ ਜਿਹਾ ਵੀ ਬਦਲ ਜਾਣ ਤੇ ਪਾਣੀ ਨਹੀਂ ਬਣ ਸਕਦਾ, ਇਸੇ ਤਰ੍ਹਾਂ ਹੀ ਬੱਚੇ ਪੈਦਾ ਹੋਣ ਦੀ ਗੱਲ ਹੈ। ਬੱਚੇ ਪੈਦਾ ਕਰਨ ਲਈ ਪ੍ਰਮਾਤਮਾ ਭਾਵ ਕੁਦਰਤ ਨੇ ਮਨੁੱਖ ਅੰਦਰ ਕਰੋੜਾਂ ਦੇ ਹਿਸਾਬ ਨਾਲ ਸਪਰਮ ਪੈਦਾ ਕੀਤੇ ਹੋਏ ਹਨ। ਵਿਗਿਆਨਕਾਂ ਨੇ ਹਿਸਾਬ ਲਾਇਆ ਹੈ ਕਿ ਇੱਕ ਸਾਧਾਰਨ ਆਦਮੀ ਆਪਣੀ ਜ਼ਿੰਦਗੀ ਵਿੱਚ 4000 ਵਾਰੀ ਭੋਗ ਕਰਦਾ ਹੈ ਤੇ ਇੱਕ ਵਾਰੀ ਵਿੱਚ ਕਈ ਕਰੋੜ ਸ਼ੁਕਰਾਣੂ ਛੱਡਦਾ ਹੈ। ਇਨ੍ਹਾਂ ਸ਼ੁਕਰਾਣੂਆਂ ਨਾਲ ਇੱਕ ਬੰਦਾ ਹੀ ਸਾਰੀ ਦੁਨੀਆ ਵਸਾ ਸਕਦਾ ਹੈ, ਕਿਉਂਕਿ ਗਰਭ ਧਾਰਨ ਕਰਨ ਲਈ ਸਿਰਫ ਇੱਕ ਹੀ ਸ਼ੁਕਰਾਣੂ ਦੀ ਲੋੜ ਹੁੰਦੀ ਹੈ। ਪਰ ਪ੍ਰਮਾਤਮਾ ਨੇ ਇਸ ਸਿਸਟਮ ਨੂੰ ਕਾਰਗਰ ਬਣਾਉਣ ਲਈ ਕਰੋੜਾਂ ਸ਼ੁਕਰਾਣੂ ਮੁਹੱਈਆ ਕਰਵਾ ਦਿੱਤੇ ਹਨ। ਇਸੇ ਤਰ੍ਹਾਂ ਹੀ ਦਰਖਤਾਂ ਨਾਲ ਵੀ ਕੁਦਰਤ ਨੇ ਕਈ ਹਜ਼ਾਰ ਬੀਜ ਇੱਕ ਦਰਖਤ ਨੂੰ ਲਾ ਛੱਡੇ ਹਨ, ਤਾਂ ਕਿ ਜੇ ਉੱਗਣ ਵਿੱਚ ਕੋਈ ਵਿਘਨ ਵੀ ਪੈ ਜਾਵੇ ਤਾਂ ਕੋਈ ਨਾ ਕੋਈ ਬੀਜ ਤਾਂ ਉੱਗੇ। ਸਿੰਬਲ ਦਾ ਰੁੱਖ ਵੱਡਾ ਰੁੱਖ ਹੁੰਦਾ ਹੈ। ਜੇ ਉਸ ਦੇ ਸਾਰੇ ਬੀਜ ਉਸ ਦੇ ਥੱਲੇ ਹੀ ਡਿੱਗ ਪੈਣ ਤਾਂ ਉਹ ਉੱਗ ਤਾਂ ਪੈਣਗੇ ਪਰ ਵੱਧ ਫੁੱਲ ਨਹੀਂ ਸਕਦੇ, ਕਿਉਂਕਿ ਪੌਦਿਆਂ ਨੂੰ ਵਧਣ ਲਈ ਕੜਕਦੀ ਧੁੱਪ, ਮੀਂਹ ਤੇ ਹਨੇਰੀਆਂ ਵਗੈਰਾ ਦੀ ਸਖਤ ਲੋੜ ਹੁੰਦੀ ਹੈ। ਕੁਦਰਤ ਨੇ ਬੀਜ ਨੂੰ ਦਰਖਤ ਨਾਲੋਂ ਦੂਰ ਲੈ ਜਾਣ ਲਈ ਬੀਜ ਨਾਲ ਕਪਾਹ ਜਈ ਵਰਗਾ ਰੂੰ ਵੀ ਲਾ ਦਿੱਤਾ ਹੈ, ਤਾਂ ਕਿ ਬੀਜ ਉੱਡ ਕੇ ਦੂਰ ਚਲਾ ਜਾਵੇ। ਬਹੁਤੇ ਬੀਜ ਇਸ ਕਰਕੇ ਦਰਖਤ ਨਾਲ ਲਾਏ ਹਨ ਕਿ ਕੀ ਪਤਾ ਕੋਈ ਬੀਜ ਪਾਣੀ ਵਿੱਚ ਡਿੱਗ ਪਏ ਜਾਂ ਕੋਈ ਪਹਾੜ ਦੀ ਡੂੰਘੀ ਖੱਡ ਵਿੱਚ ਜਾ ਡਿੱਗੇ। ਕੁਝ ਬੀਜ ਤਾਂ ਠੀਕ ਟਿਕਾਣੇ ਤੇ ਡਿੱਗਣਗੇ ਹੀ ਨਾ। ਇਸੇ ਤਰ੍ਹਾਂ ਹੀ ਕੁਦਰਤ ਨੇ ਬੋਹੜ ਤੇ ਪਿੱਪਲ ਦੀ ਨਸਲ ਵਧਾਉਣ ਲਈ ਅਜੀਬ ਢੰਗ ਵਰਤਿਆ ਹੈ। ਕਈ ਪੰਛੀ ਇਹਨਾਂ ਸੰਘਣੇ ਤੇ ਵੱਡੇ ਰੁੱਖਾਂ ਦੇ ਆਪਣਾ ਬਸੇਰਾ ਬਣਾਉਂਦੇ ਹਨ, ਤਾਂ ਇਹ ਪੰਛੀ ਉਹਨਾਂ ਦਰਖਤਾਂ ਦੇ ਫਲ ਖਾ ਲੈਂਦੇ ਹਨ। ਦੂਰ ਕਿਤੇ ਜਾ ਕੇ ਜਦੋਂ ਇਹ ਵਿੱਠ ਕਰਦੇ ਹਨ ਤਾਂ ਦਰਖਤ ਉੱਥੇ ਉੱਗ ਪੈਂਦਾ ਹੈ। ਆਮ ਤੌਰ ਤੇ ਪਿੱਪਲ ਤੇ ਬੋਹੜ ਦੇ ਬੂਟੇ ਇਮਾਰਤਾਂ ਵਿੱਚ ਉੱਗੇ ਮਿਲਦੇ ਹਨ। ਜੇ ਗੋਲਾਂ ਇਹਨਾਂ ਦਰਖਤਾਂ ਦੇ ਥੱਲੇ ਹੀ ਡਿੱਗ ਪੈਣ ਤੇ ਪੌਦੇ ਉੱਗ ਵੀ ਆਉਣ ਤਾਂ ਵੱਧ ਫੁੱਲ ਨਹੀਂ ਸਕਣਗੇ, ਕਿਉਂਕਿ
ਇਹਨਾਂ ਦਰਖਤਾਂ ਥੱਲੇ ਧੁੱਪ ਨਹੀਂ ਪੈਂਦੀ, ਜੋ ਕਿ ਪੌਦਿਆਂ ਦੇ ਵਧਣ ਲਈ ਬਹੁਤ ਜ਼ਰੂਰੀ ਹੈ। ਨਾਲੇ ਵੱਡੇ ਦਰਖਤ ਦੇ ਥੱਲੇ ਹੀ ਛੋਟੇ ਉੱਗ ਪੈਣ ਤਾਂ ਬੜਾ ਘੀਚ ਮਝੋਲਾ ਜਿਹਾ ਪੈ ਜਾਵੇਗਾ, ਜੋ ਕਿ ਕੁਦਰਤ ਦੇ ਅਸੂਲਾਂ ਮੁਤਾਬਕ ਕੁਦਰਤ ਨੂੰ ਮਨਜ਼ੂਰ ਨਹੀਂ। ਇਸੇ ਤਰ੍ਹਾਂ ਹੀ ਮਨੁੱਖ ਦੀ ਸੰਤਾਨ ਉਤਪਤੀ ਦੀ ਗੱਲ ਹੈ। ਕੁਦਰਤ ਨੇ ਇੱਕ ਨਿਯਮ ਦੇ ਤਹਿਤ ਇਹ ਸਭ ਕੁਝ ਕੀਤਾ ਹੋਇਆ ਹੈ। ਉਸ ਵਿੱਚ ਕਿਸੇ ਵੀ ਬੰਦੇ ਦਾ, ਭਾਵੇਂ ਉਹ ਸੰਤ ਹੋਵੇ, ਔਲੀਆ ਹੋਵੇ ਜਾਂ ਕੋਈ ਵੀ ਲੋਕਾਂ ਦੀਆਂ ਨਜ਼ਰਾਂ ਵਿੱਚ ਜਾਰੇ ਤੋਂ ਜਾਰਾ ਮਨੁੱਖ ਹੋਵੇ, ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਨਹੀਂ ਕਰ ਸਕਦਾ। ਬੱਚਾ ਜੰਮਣ ਦਾ ਤਰੀਕਾ ਸ਼ੁਰੂ ਤੋਂ ਲੈ ਕੇ ਬੱਚਾ ਜੰਮਣ ਤੱਕ ਕੁਦਰਤ ਦੇ ਨਿਯਮ ਅਨੁਸਾਰ ਹੁੰਦਾ ਹੈ। ਬੰਦੇ ਦੇ ਬੋਲਾਂ ਦਾ, ਅਸੀਸਾਂ ਦਾ ਜਾਂ ਬਦਦੁਆਵਾਂ ਦਾ ਜਾਂ ਪ੍ਰਵਚਨਾਂ ਦਾ ਉਸ ਸਾਰੀ ਪ੍ਰਕਿਰਿਆ ਵਿੱਚ ਕੋਈ ਸਥਾਨ ਨਹੀਂ ਹੁੰਦਾ। ਮਨੁੱਖ ਦੀ ਜ਼ਿੰਦਗੀ ਤੇ ਮੌਤ ਪੂਰੀ ਤਰ੍ਹਾਂ ਪਰਮਾਤਮਾ ਦੇ ਹੱਥ ਵਿੱਚ ਹੈ। ਨਾ ਤਾਂ ਇਸ ਵਿੱਚ ਕੋਈ ਰੱਤੀ ਭਰ ਦਾ ਵਾਧਾ ਕਰ ਸਕਦਾ ਹੈ ਤੇ ਨਾ ਹੀ ਇਸ ਨੂੰ ਘਟਾ ਸਕਦਾ ਹੈ। ਇੱਕ ਮਸ਼ਹੂਰ ਸੂਫੀ ਫਕੀਰ ਬਾਬਾ ਵਜੀਦ ਨੇ ਕਿਹਾ ਹੈ, ਪਰਮਾਤਮਾ ਜੋ ਮਰਜ਼ੀ ਕਰੇ, ਨਾ ਤਾਂ ਕੋਈ ਉਹਨੂੰ ਸਲਾਹ ਦੇ ਸਕਦਾ ਹੈ ਤੇ ਨਾ ਹੀ ਉਸਦੇ ਕੀਤੇ ਕੰਮ ਵਿੱਚ ਕੋਈ ਨੁਕਸ ਹੀ ਕੱਢ ਸਕਦਾ ਹੈ। ਆਪਣੀ ਕਵਿਤਾ ਦੇ ਹਰ ਬੰਦ ਥੱਲੇ ਉਹ ਇਹ ਕਹਿੰਦੇ ਹਨ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਵਜੀਦ ਜੀ ਪਰਮਾਤਮਾ ਨੂੰ ਕਹਿੰਦੇ ਹਨ ਕਿ ਕਾਫਰਾਂ ਦੀ ਕਾਂਸ਼ੀ ਦਰਿਆ ਦੇ ਕੰਢੇ ਤੇ ਵਸਾ ਦਿੱਤੀ ਹੈ, ਪਰ ਅੱਲਾ ਦਾ ਘਰ ਰੇਤ ਦੇ ਟਿੱਬਿਆਂ ਵਿੱਚ ਜਾ ਕੇ ਬਣਾਇਆ ਹੈ, ਜਿੱਥੇ ਪਾਣੀ ਦੀ ਬੂੰਦ ਵੀ ਨਹੀਂ ਮਿਲਦੀ। ਵਜੀਦ ਜੀ ਕਹਿੰਦੇ ਹਨ, ਮੱਕਾ ਜਾ ਬਣਾਓ ਸੂ ਵਿੱਚ ਪਹਾੜੀਆਂ, ਗਰਮੀ ਥੀ ਲੁਹੰਦੇ ਭੱਠ ਸੁੱਕਦੀਆਂ ਝਾੜੀਆਂ, ਕਾਂਛੀ ਪੀਠ ਵਹਾਊ ਸੂ ਗੰਗਾ ਨੀਰ ਧਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਦੇ ਪੁੱਤਰਾਂ ਦੀ ਮੌਤ ਤੇ ਉਹ ਕਹਿੰਦੇ ਹਨ, ਆਪ ਨਬੀ ਮਕਬੂਲ ਰਸੂਲ ਖੁਦਾ ਦਾ, ਨਬੀਆਂ ਦਾ ਸਰਦਾਰ ਰਸੂਲ ਖੁਦਾ ਦਾ, ਉਮਤ ਦੇ ਪੁੱਤ ਜਿਉਣ ਉਹਦੇ ਜਾਨ ਮਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਹਸਨ ਹੁਸੈਨ ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਸਨ, ਉਹਨਾਂ ਦੀ ਮੌਤ ਬਾਰੇ ਉਹ ਕਹਿੰਦੇ ਹਨ, ਹਸਨ ਹੁਸੈਨ ਨਵਾਸੇ ਪਾਕ ਰਸੂਲ ਦੇ, ਫਾਤਮਾ ਦੇ ਫਰਜ਼ੰਦ ਅਲੀ ਮਕਬੂਲ ਦੇ, ਉਮਤੀਆਂ ਦੀ ਥਾਂ ਉਹ ਕਹਾਏ ਲੱਤ ਧਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਕੁਦਰਤ ਦੀ ਮਰਜ਼ੀ ਤੇ ਟਿੱਪਣੀ ਕਰਦੇ ਹੋਏ ਉਹ ਕਹਿੰਦੇ ਹਨ, ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਤੇ ਉਹ ਵੀ ਜਾਵੇ ਮਰ। ਵਜੀਦਾ ਸਾਹਿਬ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਅਖੀਰ ਤੇ ਵਜੀਦ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਂ ਹੀ ਸਭ ਕੁਝ ਹੈ। ਕੋਈ ਵੀ ਬੰਦਾ, ਭਾਵੇਂ ਉਹ ਸਾਧ ਹੋਵੇ, ਸੰਤ ਹੋਵੇ, ਪੈਗੰਬਰ ਹੋਵੇ ਜਾਂ ਕੋਈ ਹੋਰ ਪਹੁੰਚਿਆ ਹੋਇਆ ਹੋਵੇ, ਉਹ ਆਪਣਾ ਵੀ ਕੁਝ ਨਹੀਂ ਸਵਾਰ ਸਕਦਾ, ਹੋਰ ਕਿਸੇ ਦਾ ਉਸਨੇ ਕੀ ਕਰਨਾ ਹੈ। ਪਰ ਮੂਰਖ ਲੋਕ ਛੋਟੇ ਛੋਟੇ ਜੀਵਨ ਦੇ ਸੁੱਖ ਵੀ ਸਾਧਾ ਸੰਤਾਂ ਕੋਲੋਂ ਲੱਭਦੇ ਫਿਰਦੇ ਹਨ। ਜੇ ਹਜ਼ਰਤ ਮੁਹੰਮਦ ਸਾਹਿਬ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਦੁਨੀਆ ਵਿੱਚ ਈਸਾਈਆਂ ਤੋਂ ਦੂਜੇ ਨੰਬਰ ਤੇ ਆਉਂਦੀ ਹੈ, ਅੱਲਾ ਪਰਮਾਤਮਾ ਦੇ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕੇ, ਤਾਂ ਇਹ ਡੇਰਿਆਂ ਦੇ ਮਾਮੂਲੀ ਸਾਧ ਪਰਮਾਤਮਾ ਅੱਗੇ ਕੀ ਸ਼ੈ ਹਨ। ਨਾ ਕਰ ਖੁਦੀ ਗੁਮਾਨ ਜਵਾਨ ਮਰ ਜਾਏਗਾ, ਧਨ ਜੋਬਨ ਥਿਰ ਨਾਹੀ ਅੰਤ ਪਛਤਾਏਗਾ। ਜੈਸੀ ਕੱਚ ਕੀ ਚੂੜੀ ਤੈਸੀ ਦੇਹ ਹੈ, ਵਜੀਦਾ ਥਿਰ ਸਾਹਿਬ ਕਾ ਨਾਮ ਹੋਰ ਸਭ ਖੇ ਹੈ। ਕਈ ਲੋਕ ਸਿਰਫ ਬਹਿਸ ਕਰਨ ਕਰਕੇ ਹੀ ਕਹਿੰਦੇ ਹਨ ਕਿ ਡਾਕਟਰ ਕਿਵੇਂ ਮੁਦਾਖਲਤ ਕਰ ਦਿੰਦੇ ਹਨ। ਡਾਕਟਰ ਕਿਸੇ ਤਰ੍ਹਾਂ ਦੀ ਵੀ ਕੋਈ ਮੁਦਾਖਲਤ ਨਹੀਂ ਕਰਦਾ, ਸਿਰਫ ਟੈਸਟ ਕਰਕੇ ਦੱਸ ਦਿੰਦਾ ਹੈ ਕਿ ਇਸ ਕੁਦਰਤੀ ਸਿਸਟਮ ਵਿੱਚ ਕਿੱਥੇ ਕੀ ਖਰਾਬੀ ਹੈ। ਚੀਰ ਕੇ ਤੇ ਨਹੀਂ ਆਉਂਦਾ। ਉਸਦੇ ਪਤੀ ਨੂੰ ਵੀ ਇਹੀ ਸਵਾਲ ਪੁੱਛਿਆ ਜਾਂਦਾ ਹੈ, ਕਿਉਂਕਿ ਹਕਮਤ ਅਨੁਸਾਰ ਵੀ ਜੇ ਪਿਸ਼ਾਬ ਚੀਰ ਕੇ ਆਉਂਦਾ ਹੋਵੇ ਤਾਂ ਸਪਰਮ ਜੀਂਦੇ ਨਹੀਂ ਬਚਦੇ ਤੇ ਇਸ ਕਾਰਨ ਬੱਚਾ ਪੈਦਾ ਨਹੀਂ ਹੋ ਸਕਦਾ। ਇੱਥੋਂ ਥੋੜਾ ਜਿਹਾ
ਨੇਸਿਆ। ਤੇ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।